ਸਤਨਾਮ ਵਾਹਿਗੁਰੂ ਜੀ। ਦੋਏ ਕਰ ਜੋਰ ਕਰੂੰ ਅਰਦਾਸ, ਤੁਧ ਭਾਵੈ ਤਾ ਆਣੇ ਰਾਸ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਘਨ ਨਾ ਲਾਗੈ ਕੋ, ਜਾਂ ਕੀ ਪ੍ਰਭ ਆਗੈ ਅਰਦਾਸ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਸਤਿਗੁਰ ਪ੍ਰਸਾਦਿ। ਛਾਇਆ ਪ੍ਰਭ ਛਤਰਪਤ ਕੀਨੀ, ਸਗਲੀ ਤਪਤ ਬਿਨਾਸੀ ਰਾਮ। ਦੁਖ ਪਾਪ ਕਾ ਡੇਰਾ ਟਾਠਾ, ਕਾਰਜ ਆਇਆ ਰਾਸੀ ਰਾਮ। ਛਾਇਆ ਪ੍ਰਭ ਛਤਰਪਤ ਕੀਨੀ, ਸਗਲੀ ਤਪਤ ਬਿਨਾਸੀ ਰਾਮ। ਦੁਖ ਪਾਪ ਕਾ ਡੇਰਾ ਟਾਠਾ, ਕਾਰਜ ਆਇਆ ਰਾਸੀ ਰਾਮ। ਹਰ ਪ੍ਰਭ ਫੁਰਮਾਇਆ ਮਿੱਟੀ ਬਲਾਇਆ, ਸਾਚ ਧਰਮ ਪੁਨ ਫਲਿਆ। ਸੋ ਪ੍ਰਭ ਆਪਣਾ ਸਦਾ ਧਿਆਈਐ, ਸੋਵਤ ਬੈਸਤ ਖਲਿਆ। ਗੁਣ ਨਿਦਾਨ ਸੁਖ ਸਾਗਰ ਸੁਆਮੀ, ਜਲ ਥਲ ਮਹੀਅਲ ਸੋਈ। ਜਨ ਨਾਨਕ ਪ੍ਰਭ ਕੀ ਸਰਣਾਈ, ਤਿਸ ਬਿਨ ਅਵਰ ਨਾ ਕੋਈ। ਗੁਣ ਨਿਦਾਨ ਸੁਖ ਸਾਗਰ ਸੁਆਮੀ,
ਜਲ ਥਲ ਮਹੀਅਲ ਸੋਈ। ਜਨ ਨਾਨਕ ਪ੍ਰਭ ਕੀ ਸਰਨਾਈ। ਤਿਸ ਬਿਨ ਅਵਰ ਨਾ ਕੋਈ। ਸਤਿਗੁਰੂ ਗੁਰੂ ਗਰੀਬ ਨਿਵਾਜ਼ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਅਤੇ ਪਾਵਨ ਗੁਰਬਾਣੀ ਦੇ ਵਿੱਚੋਂ ਆਪ ਸਤ ਸੰਗੀ ਜਨਾਂ ਨੇ ਸ਼ਹੀਦਾਂ ਦੇ ਸਿਰ ਤਾਜ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪੰਨਾ 781 ਤੇ ਸੁਭਾਏਮਾਨ ਸ਼ਬਦ ਦੇ ਵਿੱਚੋਂ ਸ਼ਬਦ ਦੇ ਤੀਸਰੇ ਬੰਦ ਦਾ ਪਾਠ ਸੁਣਨਾ ਕੀਤਾ ਹੈ। ਇਸ ਮੁਕੰਮਲ ਸ਼ਬਦ ਦੇ ਵਿੱਚ ਕੁੱਲ 4 ਬੰਦ ਹਨ। ਇਹ ਸ਼ਬਦ ਕਵਿਤਾ ਦੀ ਸ਼ੰਤ ਵਿਧੀ ਦੇ ਵਿੱਚ ਲਿਖਿਆ ਗਿਆ ਹੈ। ਆਓ ਅੱਜ ਦੇ ਦੀਵਾਨ ਅੰਦਰ ਇਸ ਸ਼ਬਦ ਦੇ ਤੀਸਰੇ ਬੰਦ ਦਾ ਵਿਖਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਹਰਮਤ ਦਾ ਸਦਕਾ ਆਰੰਭ ਕਰਦੇ ਹਾਂ। ਇੱਕ ਵਾਰ ਸਤ ਸੰਗੀ ਜਨਾਂ ਨੇ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਪਿਆਰ ਸਹਿਤ ਪ੍ਰਵਾਨ ਕਰਨੀ। ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਭਗਤ ਜਗਿਆਸੂ ਸਿੱਖ ਸੇਵਕ ਸ਼ਰਧਾਲੂ ਆਦਿ ਜੋ ਵੀ ਨਾਮ ਪਰਮੇਸ਼ਰ ਦੇ ਸੇਵਕ ਨੂੰ ਦਿੱਤੇ ਗਏ ਹਨ, ਉਹਨਾਂ ਸਾਰੇ ਹੀ ਨਾਵਾਂ ਵਾਲੇ ਸੇਵਕ ਦਾ ਅਥਾਹ ਵਿਸ਼ਵਾਸ ਬੇਅੰਤ ਭਰੋਸਾ ਪਰਮੇਸ਼ਰ ਦੇ ਵਿੱਚ ਹੈ। ਬਾਣੀ ਦੇ ਅਨੇਕ ਹੀ ਸ਼ਬਦ ਇਸ ਗੱਲ ਨੂੰ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਕਰਦੇ ਹਨ ਕਿ ਸੇਵਕ ਦਾ ਆਪਣੇ ਮਾਲਕ ਪ੍ਰਭੂ ਤੇ ਬੇਅੰਤ ਵਿਸ਼ਵਾਸ ਹੈ। ਬਾਣੀ ਦੇ ਕੁਝ ਬਚਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰਾਂਗਾ। ਪਹਿਲਾ ਬਚਨ ਹੈ ਜਿਹਦੇ ਵਿੱਚ ਸਤਿਗੁਰੂ ਜੀ ਆਖਦੇ, ਜਿਵੇਂ ਬੱਚਾ ਛੋਟਾ ਜਿਹਾ ਹੁੰਦਾ ਹੈ, ਮਾਤਾਵਾਂ ਉਸ ਨੂੰ ਹੱਥ ਦੇ ਵਿੱਚ ਲੈ ਕੇ ਖਿਲਾਉਂਦੀਆਂ ਨੇ। ਕਈ ਵਾਰ ਘਰ ਦਾ ਪੁਰਖ ਬੱਚੇ ਨੂੰ ਆਪਣੇ ਹੱਥ 'ਚ ਲੈਂਦਾ ਤੇ ਹੱਥ ਵਿੱਚ ਲੈ ਕੇ ਆਸਮਾਨ ਦੇ ਵੱਲ ਨੂੰ ਉੱਪਰ ਨੂੰ ਉਛਾਲ ਦਿੰਦਾ ਹੈ। ਜਦੋਂ ਉੱਪਰ ਨੂੰ ਉਛਾਲਾ ਦਿੰਦਾ ਹੈ ਤਾਂ ਬੱਚਾ ਅੱਗਿਓਂ ਵੇਖ ਕੇ ਹੱਸਦਾ ਹੈ। ਉਹਦੇ ਮਨ ਵਿੱਚ ਰੰਚਕ ਮਾਤਰ ਵੀ ਇਹ ਡਰ ਨਹੀਂ ਕਿ ਮੈਨੂੰ ਮੇਰੇ ਪੁਰਖੇ ਨੇ ਉੱਪਰ ਨੂੰ ਉਛਾਲਿਆ, ਕਿਤੇ ਮੈਂ ਧਰਤੀ ਤੇ ਨਾ ਡਿੱਗ ਜਾਵਾਂ, ਕੋਈ ਸੱਟ ਕੋਈ ਚੋਟ ਮੈਨੂੰ ਨਾ ਲੱਗ ਜਾਏ। ਇਸ ਤਰ੍ਹਾਂ ਦਾ ਭਾਵ, ਇਸ ਤਰ੍ਹਾਂ ਦਾ ਡਰ, ਖੌਫ, ਭੈ ਉਹਦੇ ਮਨ 'ਚ ਨਹੀਂ ਹੈ। ਘਰ ਦੇ ਪੁਰਖੇ ਨੇ ਉਸ ਨੂੰ ਉੱਪਰ ਨੂੰ ਉਛਾਲਿਆ ਤੇ ਅੱਗਿਓਂ ਹੱਸਦਾ, ਇਹਨੂੰ ਅਸੀਂ ਕਹਿੰਦੇ ਹਾਂ ਲਾਡ ਲਡਾਉਣਾ। ਬੱਚੇ ਦਾ ਆਪਣੇ ਬਾਪ ਦੇ ਉੱਪਰ, ਆਪਣੇ ਪੁਰਖੇ ਤੇ ਅਥਾਹ ਭਰੋਸਾ ਹੈ ਕਿ ਉਹ ਮੈਨੂੰ ਡਿੱਗਣ ਨਹੀਂ ਦੇਵੇਗਾ।
ਇਸ ਨੂੰ ਕਹਿੰਦੇ ਨੇ ਲਾਡ ਲਡਾਉਣਾ, ਤੇ ਅੱਗਿਓਂ ਖੁਸ਼ ਹੁੰਦਾ ਹੈ, ਅੱਗਿਓਂ ਮੁਸਕਰਾਉਂਦਾ ਹੈ। ਆਪਣੀ ਮੁਸਕਰਾਹਟ ਦੇ ਨਾਲ ਉਹ ਪੁਰਖੇ ਦੇ ਦਿਲ ਨੂੰ ਠੰਡੋ ਠਾਰ ਕਰ ਦਿੰਦਾ ਹੈ। ਗੁਰਦੇਵ ਨੇ ਇਸ ਉਦਾਹਰਨ ਨੂੰ ਬਾਣੀ ਦੇ ਵਿੱਚ ਪਰਮੇਸ਼ਰ ਅਤੇ ਸੇਵਕ ਦੇ ਆਪਸੀ ਰਿਸ਼ਤੇ ਨੂੰ ਤੈਅ ਕਰਦਿਆਂ ਹੋਇਆਂ ਲਿਖਿਆ। ਉਹ ਕਹਿੰਦੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਜਿਵੇਂ ਇੱਕ ਮਾਂ-ਬਾਪ ਜਾਂ ਘਰ ਦਾ ਪੁਰਖਾ ਜੀ ਆਪਣੇ ਬੱਚੇ ਦੇ ਨਾਲ ਲਾਡ ਲਡਾਉਂਦਾ ਹੈ, ਉਹਨੂੰ ਉੱਪਰ ਨੂੰ ਉਛਾਲਦਾ ਹੈ, ਬੱਚਾ ਅੱਗਿਓਂ ਖੁਸ਼ ਹੁੰਦਾ ਹੈ। ਉਹਦੇ ਮਨ 'ਚ ਭੈ ਨਹੀਂ, ਡਰ ਨਹੀਂ ਕਿ ਮੈਂ ਨੀਵਾਂ ਡਿੱਗ ਜਾਵਾਂਗਾ, ਚੋਟ ਲੱਗ ਜਾਏਗੀ, ਕਿਉਂਕਿ ਉਹਦਾ ਅਥਾਹ ਭਰੋਸਾ ਆਪਣੇ ਪੁਰਖੇ ਤੇ ਹੈ, ਉਹਦੀਆਂ ਬਾਹਾਂ ਤੇ ਹੈ, ਉਹਦੀ ਬੁੱਕਲ ਤੇ ਹੈ। ਇਵੇਂ ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਦੇ ਸੇਵਕ ਦਾ ਅਥਾਹ ਭਰੋਸਾ ਉਹਦੀਆਂ ਬਾਹਾਂ ਤੇ, ਉਹਦੀ ਅਸੀਮ ਸ਼ਕਤੀ ਤੇ ਹੈ। ਜਿਵੇਂ ਦਾ ਇੱਕ ਬੱਚੇ ਦਾ ਭਰੋਸਾ ਆਪਣੇ ਪੁਰਖੇ ਦੀਆਂ ਬਾਹਾਂ ਤੇ ਬੁੱਕਲ ਤੇ ਹੈ, ਉਹਦੇ ਹੱਥਾਂ ਤੇ ਹੈ, ਉਹਦੇ ਲਾਡ ਤੇ ਹੈ, ਕਹਿੰਦੇ ਉਵੇਂ ਦਾ ਭਰੋਸਾ ਮੈਨੂੰ ਮੇਰੇ ਪਰਮੇਸ਼ਰ ਤੇ ਹੈ, ਵਾਹਿਗੁਰੂ ਤੇ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਅਗਲੇਰਾ ਬਚਨ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਬਾਬਾ ਕਬੀਰ ਸਾਹਿਬ ਜੀ ਦਾ ਕਹਿਣ ਲੱਗਾ। ਉਹਨਾਂ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ। ਉਹਨਾਂ ਦਿਨਾਂ ਦੇ ਵਿੱਚ ਜਦੋਂ ਬਾਬਾ ਕਬੀਰ ਸਾਹਿਬ ਪਵਿੱਤਰ ਬਾਣੀ ਲਿਖ ਰਹੇ ਸਨ, ਨਹਿਰਾਂ ਨੂੰ, ਦਰਿਆਵਾਂ ਨੂੰ ਜਾਂ ਸਮੁੰਦਰਾਂ ਨੂੰ ਪਾਰ ਕਰਨ ਵਾਸਤੇ ਜਹਾਜ਼ ਅਤੇ ਨੌਕਾਵਾਂ ਵਰਤੀਆਂ ਜਾਂਦੀਆਂ ਸਨ। ਉਹਨਾਂ ਨੂੰ ਚਲਾਉਣ ਵਾਲੇ ਮਲਾਹ ਹੁੰਦੇ ਸਨ। ਸਵਾਰੀਆਂ ਨੇ ਉਹਨਾਂ ਦੇ ਵਿੱਚ ਬੈਠ ਜਾਣਾ, ਮਲਾਹਾਂ ਨੇ ਚਪੂਆਂ ਦੇ ਨਾਲ ਉਹਨਾਂ ਨੌਕਾਵਾਂ ਨੂੰ ਇੱਕ ਜਗ੍ਹਾ ਤੋਂ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲੈ ਜਾਣਾ। ਬੈਠਣ ਵਾਲੇ ਸਵਾਰ ਮਲਾਹ ਦੇ ਉੱਪਰ ਅਥਾਹ ਭਰੋਸਾ ਰੱਖਦੇ ਸਨ, ਯਕੀਨ ਰੱਖਦੇ ਸਨ ਕਿ ਇਹ ਵਾਕਿਆ ਹੀ, ਇਹ ਅਸਲ ਵਿੱਚ ਸਾਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲੈ ਕੇ ਜਾਏਗਾ। ਗੁਰੂ ਕਹਿੰਦੇ ਜਿਵੇਂ ਦਾ ਭਰੋਸਾ, ਜਿਵੇਂ ਦਾ ਵਿਸ਼ਵਾਸ, ਜਿਵੇਂ ਦਾ ਯਕੀਨ ਨੌਕਾ ਦੇ ਵਿੱਚ ਬਹਿਣ ਵਾਲਿਆਂ, ਜਹਾਜ਼ ਦੇ ਵਿੱਚ ਬਹਿਣ ਵਾਲਿਆਂ ਦਾ ਮਲਾਹ ਦੇ ਉੱਪਰ ਹੈ, ਉਵੇਂ ਦਾ ਭਰੋਸਾ ਸਾਨੂੰ ਪਰਮੇਸ਼ਰ ਤੇ ਹੈ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਨੇ, ਉਹਨਾਂ ਨੇ ਬੜੇ ਪਿਆਰ ਨਾਲ ਇਹ ਜ਼ਿਕਰ ਕੀਤਾ। ਕਹਿਣ ਲੱਗੇ, ਤੁਧ ਭਾਵੈ ਤਾ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲਗਾਵੈ। ਕਹਿੰਦੇ, ਹੇ ਵਾਹਿਗੁਰੂ, ਤੇਰੇ ਇਸ ਬੇੜੇ ਤੇ ਮੈਂ ਆਪਣੇ ਆਪ ਨੂੰ ਸਵਾਰ ਕਰ ਦਿੱਤਾ ਤੇ ਭਰੋਸਾ ਮੈਂ ਮਲਾਹ ਵਰਗਾ ਰੱਖਿਆ। ਹੁਣ ਤੇਰੇ ਤੇ ਹੈ। ਜਿਵੇਂ ਮਲਾਹ ਤੇ ਹੈ, ਮਲਾਹ ਸਵਾਰੀਆਂ ਨੂੰ ਪਾਰ ਲੈ ਜਾਏ ਜਾਂ ਵਿੱਚ ਮੰਝ ਧਾਰ ਦੇ ਡਬੋ ਦੇ, ਇਵੇਂ ਤੇਰੇ ਤੇ ਹੈ। ਤੂੰ ਬੇਸ਼ੱਕ ਭਾਵੇਂ ਮੰਝ ਧਾਰ ਵਿੱਚ ਡਬੋ ਦਈ ਜਾਂ ਬੇੜੇ ਨੂੰ ਬੰਨੇ ਲਾ ਦਈ। ਉਹਨਾਂ ਦਾ ਬਚਨ ਬੜਾ ਪਿਆਰਾ ਹੈ। ਉਹ ਕਹਿੰਦੇ ਨੇ, ਤੁਧ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲਗਾਵੈ। ਸੋ ਦੋ ਉਦਾਹਰਨਾਂ ਬਾਣੀ ਦੇ ਦੋ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੁਧ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲਗਾਵੈ। ਦੋ ਉਦਾਹਰਨਾਂ ਦੇ ਦੁਆਰਾ ਸਤਿਗੁਰੂ ਜੀ ਨੇ ਸੇਵਕ ਦਾ, ਦਾਸ ਦਾ, ਜਨ ਦਾ, ਭਗਤ ਦਾ ਪਰਮੇਸ਼ਰ ਤੇ ਅਥਾਹ ਭਰੋਸਾ ਜਿਹੜਾ ਹੈ ਉਸ ਨੂੰ ਸਾਡੇ ਸਾਹਮਣੇ ਰੱਖਿਆ। ਇੱਕ ਉਦਾਹਰਨ ਉਹਨਾਂ ਨੇ ਬੱਚੇ ਦੀ ਲਈ, ਦੂਜੀ ਉਦਾਹਰਨ ਉਹਨਾਂ ਨੇ ਮਲਾਹ ਦੀ ਲਈ। ਜਿਵੇਂ ਮਲਾਹ ਤੇ ਸਵਾਰੀਆਂ ਦਾ ਵਿਸ਼ਵਾਸ ਹੈ, ਜਿਵੇਂ ਬੱਚੇ ਦਾ ਮਾਂ-ਬਾਪ ਦੇ ਹੱਥਾਂ ਤੇ ਭਰੋਸਾ ਤੇ ਯਕੀਨ ਹੈ, ਉਹਦੇ ਲਾਡ ਤੇ ਭਰੋਸਾ ਤੇ ਯਕੀਨ ਹੈ, ਹੇ ਵਾਹਿਗੁਰੂ ਉਵੇਂ ਦਾ ਮੈਨੂੰ ਤੇਰੇ ਤੇ ਭਰੋਸਾ ਤੇ ਤੇਰੇ ਤੇ ਯਕੀਨ ਹੈ। ਅੱਜ ਦੇ ਬਚਨ ਅੰਦਰ ਵੀ
ਸਤਿਗੁਰੂ ਜੀ ਕੁਝ ਇਸ ਤਰ੍ਹਾਂ ਦੀ ਗੱਲ ਹੀ ਸਾਡੇ ਨਾਲ ਸਾਂਝੀ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਛਾਇਆ ਪ੍ਰਭ ਛਤਰਪਤ ਕੀਨੀ। ਛਾਇਆ, ਛਾਇਆ ਕਹਿੰਦੇ ਨੇ ਛਾਂ ਨੂੰ। ਜਿਵੇਂ ਬਹੁਤ ਜ਼ਿਆਦੀ ਗਰਮੀ ਲੱਗੀ ਹੋਏ, ਸਰੀਰ ਧੁੱਪ ਦੇ ਨਾਲ ਤਪ ਰਿਹਾ ਹੋਏ ਤੇ ਛਾਂ ਤੇ ਭਰੋਸਾ ਕੀਤਾ ਜਾਂਦਾ ਹੈ ਕਿ ਇਹ ਛਾਂ ਅਸਾਂ ਨੂੰ ਠੰਡਕ ਦੇਵੇਗੀ। ਆਮ ਕਰਕੇ ਸਾਡੀ ਪੰਜਾਬੀ ਬੋਲੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਛਾਂ ਦੇ ਨਾਲ ਤੁਲਨਾ ਦਿੱਤੀ ਗਈ ਹੈ। ਜਿਵੇਂ ਕਿਹਾ ਜਾਂਦਾ ਹੈ, ਮਾਵਾਂ ਠੰਡੀਆਂ ਛਾਵਾਂ। ਛਾਂ ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦਿੰਦੀ, ਛਾਂ ਕਦੀ ਵੀ ਕਿਸੇ ਨੂੰ ਤਕਲੀਫ ਨਹੀਂ ਦਿੰਦੀ। ਤੋ ਛਾਂ ਦਾ ਭਾਵ ਹੈ ਛਾਂ ਕਰ ਲੈਣੀ, ਭਾਵ ਕਿਸੇ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈ ਆਉਣਾ, ਕਿਸੇ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਆਉਣਾ, ਕਿਸੇ ਨੂੰ ਆਪਣੇ ਯਕੀਨ ਦੇ ਵਿੱਚ ਲੈ ਆਉਣਾ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਛਾਇਆ ਪ੍ਰਭ ਛਤਰਪਤ ਕੀਨੀ। ਪ੍ਰਭੂ ਛਤਰਪਤੀ ਨੇ। ਛਤਰਪਤੀ ਦਾ ਭਾਵ ਹੁੰਦਾ ਹੈ ਬਾਦਸ਼ਾਹ ਨੇ। ਛਤਰ ਕਹਿੰਦੇ ਨੇ ਜੋ ਰਾਜਿਆਂ ਦੇ ਉੱਪਰ ਛਤਰ ਝੁਲਦਾ ਹੈ, ਤੇ ਪਤ ਕਹਿੰਦੇ ਨੇ ਉਹਦੇ ਮਾਲਕ ਨੂੰ। ਛਤਰ ਦੇ ਮਾਲਕ ਭਾਵ ਬਾਦਸ਼ਾਹ। ਕਹਿੰਦੇ ਪਰਮੇਸ਼ਰ ਬਾਦਸ਼ਾਹ ਨੇ ਮੇਰੇ ਤੇ ਇਹ ਛਾਇਆ ਕੀਤੀ ਹੈ, ਮੇਰੇ ਤੇ ਇਹ ਛਾਂ ਕੀਤੀ ਹੈ, ਭਾਵ ਮੈਨੂੰ ਇਹ ਭਰੋਸੇ ਚ ਲਿਆ, ਮੈਨੂੰ ਇਹ ਯਕੀਨ ਚ ਲਿਆ, ਮੈਨੂੰ ਇਹ ਵਿਸ਼ਵਾਸ ਦਿਵਾਇਆ। ਛਾਇਆ ਪ੍ਰਭ ਛਤਰਪਤ ਕੀਨੀ। ਕੀ ਭਰੋਸਾ ਦਿਵਾਇਆ? ਸਗਲੀ ਤਪਤ ਬਿਨਾਸੀ ਰਾਮ। ਸਗਲੀ ਦਾ ਮਤਲਬ ਹੈ ਸਾਰੀ। ਤਪਤ ਕਹਿੰਦੇ ਨੇ ਤਪਸ਼ ਨੂੰ, ਜਿਹਨੂੰ ਅਸੀਂ ਸੇਕ ਵੀ ਕਹਿੰਦੇ ਹਾਂ। ਕਹਿੰਦੇ ਜੋ ਮੇਰੇ ਅੰਦਰ ਤਪਸ਼ ਸੀ, ਮੇਰੇ ਅੰਦਰ ਜੋ ਸੇਕ ਸੀ, ਮੇਰਾ ਅੰਦਰ ਜੋ ਤਪ ਰਿਹਾ ਸੀ। ਬਾਣੀ ਦੇ ਅੰਦਰ 3 ਪ੍ਰਕਾਰ ਦੇ ਤਪ ਦਾ, 3 ਪ੍ਰਕਾਰ ਦੇ ਸੇਕ ਦਾ ਜ਼ਿਕਰ ਹੈ। ਆਪ ਜੀ ਪੜ੍ਹਦੇ ਹੋ, ਤੀਨੇ ਤਾਪ ਨਿਵਾਰਣ ਹਾਰਾ। 3 ਤਰ੍ਹਾਂ ਦਾ ਤਾਪ ਹੈ ਸਾਡੇ ਅੰਦਰ, 3 ਤਰ੍ਹਾਂ ਦਾ ਸੇਕ ਹੈ। ਤੀਨੇ ਤਾਪ ਨਿਵਾਰਣ ਹਾਰਾ, ਦੁਖੰਤਾ ਸੁਖ ਰਾਸ। ਤਾਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। 3 ਤਾਪ ਨੇ, 3 ਤਰ੍ਹਾਂ ਦਾ ਸੇਕ ਹੈ। ਉਹ ਕਿਹੜਾ? ਰੱਜ ਦਾ, ਤਮ ਦਾ ਤੇ ਸਤ ਦਾ। ਇਹ ਮਾਇਆ ਦੇ 3 ਗੁਣ ਨੇ, ਰੱਜ ਗੁਣ, ਤਮ ਗੁਣ ਤੇ ਸਤ ਗੁਣ। ਭਾਵ ਮਾਇਆ ਸਾਡੇ ਅੰਦਰ ਇਹਨਾਂ 3 ਗੁਣਾਂ ਦੇ ਦੁਆਰਾ ਅਸਰ ਕਰਦੀ ਹੈ। ਕਿਸੇ ਦੇ ਅੰਦਰ ਮਾਇਆ ਦਾ ਰੱਜ ਗੁਣ ਹੁੰਦਾ ਹੈ, ਕਿਸੇ ਦੇ ਅੰਦਰ ਮਾਇਆ ਦਾ ਸਤ ਗੁਣ ਹੁੰਦਾ ਹੈ, ਤੇ ਕਿਸੇ ਦੇ ਅੰਦਰ ਮਾਇਆ ਦਾ ਤਮ ਗੁਣ ਹੁੰਦਾ ਹੈ। ਇਹ ਧੀਰੇ ਧੀਰੇ ਸਾਡੇ ਅੰਦਰ ਨੂੰ, ਸਾਡੇ ਮਨ ਨੂੰ, ਸਾਡੇ ਆਤਮੇ ਨੂੰ ਤਪਾਉਂਦੇ ਨੇ। ਕਿਸੇ ਬੰਦੇ ਦਾ ਅੰਦਰ ਮਾਇਆ ਦੇ ਰਜ ਗੁਣ ਨਾਲ ਤਪਦਾ ਹੈ, ਕਿਸੇ ਦਾ ਤਮ ਗੁਣ ਨਾਲ ਤਪਦਾ ਹੈ, ਤੇ ਕਿਸੇ ਦਾ ਸਤ ਗੁਣ ਨਾਲ ਤਪਦਾ ਹੈ। ਅੰਦਰ ਤਪਦਾ, ਅੰਦਰ ਦੇ ਤਪਤ ਦੀ ਗੱਲ ਹੈ। ਇਹਨੂੰ ਬਾਣੀ ਨੇ ਇਉਂ ਵੀ ਆਖਿਆ। ਬਾਬਾ ਕਬੀਰ ਸਾਹਿਬ, ਬਾਬਾ ਫਰੀਦ ਸਾਹਿਬ ਇਹਨੂੰ ਕਹਿੰਦੇ ਨੇ, ਇਹ ਅੰਦਰ ਦਾ ਸੇਕ ਲਾ, ਸੇਕ ਸਮਝ ਲਾ ਇਉਂ ਹੈ ਜਿਵੇਂ ਰੂੜੀ ਦੀ ਅੱਗ ਹੋਵੇ। ਉਹਨਾਂ ਨੇ ਇਸ ਅੰਦਰ ਦੇ ਸੇਕ ਨੂੰ ਰੂੜੀ ਦੀ ਅੱਗ ਦੇ ਨਾਲ ਤੁਲਨਾ ਦਿੱਤੀ। ਰੂੜੀ ਨੂੰ ਅੱਗ ਲੱਗ ਜਾਏ, ਉਹਦਾ ਬਾਹਰ ਪਤਾ ਨਹੀਂ ਲੱਗਦਾ, ਬਾਹਰ ਧੂਆਂ ਨਹੀਂ ਨਿਕਲਦਾ, ਪਰ ਅੱਗ ਅੰਦਰ ਅੰਦਰ ਸੁਲਗਦੀ ਰਹਿੰਦੀ ਹੈ, ਤੇ ਅੰਦਰੋਂ ਅੰਦਰ ਹੀ ਸਾਰੀ ਰੂੜੀ ਨੂੰ ਤੇ ਉਹਦੇ ਨਾਲ ਪਏ ਹੋਏ ਜਿੰਨੀਆਂ ਵੀ ਚੀਜ਼ਾਂ ਨੇ ਸਭ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਰੂੜੀ ਦੀ ਅੱਗ ਦੇ ਭਾਂਬੜ ਬਾਹਰ ਨਹੀਂ ਵਿਖਦੇ, ਨਾ ਹੀ ਧੂਆਂ ਬਲਦਾ ਹੈ, ਉਹ ਅੱਗ ਅੰਦਰੋਂ ਅੰਦਰ ਹੀ ਹੈ। ਇਹ ਤਪਸ਼ ਜਿਹੜੀ ਸਾਨੂੰ ਹੈ, ਇਹ ਸਾਡੇ ਅੰਦਰ ਹੀ ਅੰਦਰ ਹੈ। ਬਾਬਾ ਫਰੀਦ ਸਾਹਿਬ ਕਹਿੰਦੇ, ਤੁਖਾਂ ਜਿਉ ਮਾਰ
ਮਾਲੀ। ਮਾਲੀ ਕਹਿੰਦੇ ਨੇ ਰੂੜੀ ਦੀ ਅੱਗ ਨੂੰ, ਉਹਦੀ ਅੱਗ ਨੂੰ ਮਲੀ ਆਖਿਆ ਬਾਬਾ ਜੀ ਨੇ। ਕਹਿੰਦੇ ਜਿਵੇਂ ਰੂੜੀ ਦੀ ਅੱਗ ਅੰਦਰੋਂ ਅੰਦਰ ਹੀ ਧੁਖ ਰਹੀ ਹੈ ਤੇ ਅੰਦਰੋਂ ਅੰਦਰ ਹੀ ਸਾੜ ਰਹੀ ਹੈ, ਇਵੇਂ ਬੰਦੇ ਦਾ ਅੰਦਰ ਵੀ ਅੰਦਰੋਂ ਅੰਦਰ ਹੀ ਸੜ ਰਿਹਾ ਤੇ ਇਹਨੂੰ ਤਿੰਨ ਤਾਪ ਸਾੜ ਰਹੇ ਨੇ, ਮਾਇਆ ਦਾ ਰਜ ਗੁਣ, ਮਾਇਆ ਦਾ ਤਪ ਗੁਣ, ਮਾਇਆ ਦਾ ਸਤ ਗੁਣ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਅੱਜ ਦੇ ਬਚਨ 'ਚ ਜ਼ਿਕਰ ਕਰਦੇ, ਕਹਿੰਦੇ ਛਤਰਪਤ ਪਰਮੇਸ਼ਰ ਨੇ ਮੇਰੇ ਤੇ ਇਹ ਛਾਇਆ ਕੀਤੀ ਹੈ, ਮੈਨੂੰ ਇਹ ਭਰੋਸਾ ਦਿਵਾਇਆ ਕਿ ਸਗਲੀ ਤਪਤ ਬਿਨਾਸੀ ਰਾਮ। ਮੇਰੇ ਅੰਦਰ ਜਿਹੜੀ ਤਪਸ਼ ਸੀ, ਮੇਰਾ ਅੰਦਰ ਜੋ ਤਪ ਰਿਹਾ ਸੀ, ਉਹਦਾ ਵਿਨਾਸ਼ ਕਰ ਦਿੱਤਾ ਹੈ। ਮੇਰੇ ਅੰਦਰ ਠੰਡ ਵਰਤਾ ਦਿੱਤੀ ਹੈ, ਮੇਰੇ ਅੰਦਰ ਨੂੰ ਠੰਡਾ ਠਾਰ ਕਰ ਦਿੱਤਾ ਹੈ। ਬਾਣੀ ਨੇ ਅੰਦਰ ਦੀ ਸ਼ੀਤਲਤਾ ਦੀ ਗੱਲ ਕੀਤੀ, ਬਾਣੀ ਨੇ ਹਿਰਦੇ ਦੀ ਠੰਡਕ ਦੀ ਗੱਲ ਕੀਤੀ। ਇੱਕ ਬਚਨ ਆਉਂਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ, ਉਹ ਕਹਿੰਦੇ ਨੇ ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਘਾਮ। ਤਿੰਨ ਚੀਜ਼ਾਂ ਬੜੀਆਂ ਠੰਡੀਆਂ ਮੰਨੀਆਂ ਗਈਆਂ, ਇੱਕ ਚੰਦਨ, ਇੱਕ ਚੰਦ ਤੇ ਇੱਕ ਸਰਦੀ ਦੀ ਰਿਤੂ। ਕਹਿੰਦੇ ਤਿੰਨ ਚੀਜ਼ਾਂ ਬੰਦੇ ਨੂੰ ਠੰਡਕ ਦਿੰਦੀ ਹੈ। ਚੰਦਰਮਾ ਚੜਿਆ ਹੋਵੇ ਪੂਰੇ ਜੋਬਨ ਤੇ ਉਹਦੀ ਚਾਂਦਨੀ ਠੰਡਕ ਦਿੰਦੀ ਹੈ। ਚੰਦਨ ਦਾ ਰੁੱਖ, ਲੋਕ ਉਹਨੂੰ ਰਗੜ ਕੇ ਆਪਣੇ ਪੈਰਾਂ ਤੇ, ਆਪਣੇ ਮੱਥੇ ਤੇ, ਸਰੀਰ ਤੇ ਲੇਪਣ ਕਰਦੇ ਹਨ ਕਿਉਂਕਿ ਉਹ ਠੰਡਕ ਦਿੰਦਾ ਹੈ। ਬਾਣੀ 'ਚ ਇੱਥੋਂ ਤੱਕ ਜ਼ਿਕਰ ਹੈ ਕਿ ਜ਼ਹਿਰੀਲੇ ਸੱਪ ਚੰਦਨ ਦੇ ਰੁੱਖ ਨੂੰ ਲਪੇਟੇ ਮਾਰ ਕੇ ਬੈਠ ਜਾਂਦੇ ਹਨ। ਜਦੋਂ ਉਹਨਾਂ ਦੇ ਅੰਦਰ ਜ਼ਹਿਰ ਉਹਨਾਂ ਨੂੰ ਸਾੜਨ ਲੱਗਦਾ ਹੈ ਤੇ ਆਪਣੇ ਜ਼ਹਿਰ ਨੂੰ ਉਹ ਚੰਦਨ ਦੇ ਰੁੱਖ ਤੇ ਕੱਢ ਦਿੰਦੇ ਹਨ। ਸੋ ਇੱਕ ਠੰਡਕ ਦਾ ਸੋਮਾ ਮੰਨਿਆ ਗਿਆ ਚੰਦਰਮਾ, ਉਹਦੀ ਚਾਂਦਨੀ। ਦੂਜਾ ਠੰਡਕ ਦਾ ਸੋਮਾ ਮੰਨਿਆ ਗਿਆ ਚੰਦਨ ਦਾ ਰੁੱਖ, ਅਤੇ ਤੀਜਾ ਠੰਡਕ ਦਾ ਸੋਮਾ ਮੰਨਿਆ ਗਿਆ ਸਿਆਲੀ ਰੁੱਤ, ਭਾਵ ਸਰਦੀ। ਪਰ ਗੁਰੂ ਮਹਾਰਾਜ ਕਹਿੰਦੇ ਇਹ ਚੀਜ਼ਾਂ ਬੰਦੇ ਨੂੰ ਬਾਹਰੋਂ ਤੇ ਠੰਡਾ ਕਰ ਦਿੰਦੀਆਂ ਨੇ। ਤੁਸੀਂ ਚੰਦਰਮਾ ਦੀ ਲੋ ਦੇ ਅੰਦਰ ਬੈਠੋ, ਉਹਦੀ ਚਾਂਦਨੀ ਦੇ ਅੰਦਰ ਬੈਠੋ, ਉਹ ਤੁਹਾਡੇ ਤਨ ਨੂੰ ਠੰਡਾ ਕਰ ਦੇਗਾ। ਤੁਸੀਂ ਚੰਦਨ ਦੇ ਰੁੱਖ ਦਾ ਲੇਪਣ ਲਾ ਕੇ ਆਪਣੇ ਸਰੀਰ ਨੂੰ ਬਾਹਰੋਂ ਢੱਕ ਲਓ, ਉਹ ਤੁਹਾਨੂੰ ਠੰਡਾ ਕਰ ਦੇਗਾ। ਤੁਸੀਂ ਸਰਦੀ ਦੀ ਰਿਤੂ 'ਚ ਬਾਹਰ ਬੈਠ ਜਾਓ, ਤੁਹਾਡੇ ਸਰੀਰ ਨੂੰ ਬਾਹਰੋਂ ਠੰਡਾ ਕਰ ਦੇਗੀ। ਪਰ ਗੁਰੂ ਕਹਿੰਦੇ ਜਿਹੜੀ ਅੱਗ ਅੰਦਰ ਬਲ ਰਹੀ ਹੈ, ਉਸ ਅੱਗ ਨੂੰ ਨਾ ਤੇ ਚੰਦਰਮਾ ਠੰਡਾ ਕਰ ਸਕਦਾ ਹੈ, ਨਾ ਚੰਦਨ ਦਾ ਰੁੱਖ ਠੰਡਾ ਕਰ ਸਕਦਾ ਹੈ, ਅਤੇ ਨਾ ਹੀ ਸਰਦੀ ਦੀ ਰਿਤੂ ਠੰਡੀ ਕਰ ਸਕਦੀ। ਅੰਦਰ ਦੀ ਅੱਗ ਜਿਹੜੀ ਮਾਇਆ ਦੇ ਰੱਜ, ਤਮ ਤੇ ਸਤ ਗੁਣ ਨਾਲ ਪੈਦਾ ਹੁੰਦੀ ਹੈ, ਉਹਨੂੰ ਨਾ ਸਿਆਲ ਠੰਡਾ ਕਰ ਸਕਦਾ ਹੈ, ਨਾ ਚੰਦਨ ਦਾ ਰੁੱਖ ਠੰਡਾ ਕਰ ਸਕਦਾ ਹੈ, ਅਤੇ ਨਾ ਹੀ ਚੰਦਰਮਾ ਦੀ ਚਾਂਦਨੀ ਠੰਡੀ ਕਰ ਸਕਦੀ। ਗੁਰੂ ਕਹਿੰਦੇ ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਕਾਮ। ਮੂਲ ਕਹਿੰਦੇ ਮੜੀ ਜੀ ਵੀ, ਥੋੜੀ ਜੀ। ਕਾਮ ਕਹਿੰਦੇ ਤਪਸ਼ ਨੂੰ, ਕਾਮ ਕਹਿੰਦੇ ਤਪਸ਼ ਨੂੰ, ਜਲਨ ਨੂੰ, ਤਪ ਨੂੰ, ਜੋ ਸਾਡੇ ਅੰਦਰ ਹੈ। ਚੰਦਨ ਚੰਦ ਨ ਸਰਦ ਰੁੱਤ, ਮੂਲਾ ਮਿਟਈ ਕਾਮ। ਇਹ ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਠੰਡਾ ਨਹੀਂ ਕਰ ਸਕਦੀਆਂ। ਗੁਰੂ ਕਹਿੰਦੇ ਮੇਰਾ ਇਹ ਲਿਖ ਕੇ ਪੱਥਰ ਤੇ ਜਵਾਬ ਲੈ ਲਓ। ਅੰਦਰ ਕਿਵੇਂ ਠੰਡਾ ਹੋਏਗਾ? ਅਗਲੀ ਪੰਕਤੀ 'ਚ ਗੁਰੂ ਨੇ ਜ਼ਿਕਰ ਕੀਤਾ, ਕਹਿੰਦੇ ਸ਼ੀਤਲ ਥੀਵੈ ਨਾਨਕਾ। ਹੇ ਨਾਨਕ, ਲੋਕਾਂ ਨੂੰ ਦੱਸ ਅੰਦਰ ਸ਼ੀਤਲ ਹੋਏਗਾ, ਠੰਡਾ ਹੋਏਗਾ, ਪਰ ਕਿਵੇਂ? ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਅੰਦਰ ਦੀ ਠੰਡ, ਅੰਦਰ ਦਾ ਸਕੂਨ, ਅੰਦਰ ਦੀ ਸ਼ਾਂਤੀ, ਅੰਦਰ ਦੀ ਸ਼ੀਤਲਤਾ, ਇਹ ਨਾਮ ਚੋਂ ਮਿਲੇਗੀ। ਨਾਮ ਉਹਦਾ ਸੋਮਾ ਹੈ। ਕਿੰਨੀ ਕੋਸ਼ਿਸ਼ ਕੀਤੀ ਉਹਨਾਂ ਜਲਾਦਾਂ ਨੇ, ਉਹਨਾਂ ਕਾਜ਼ੀਆਂ ਨੇ,
ਉਹਨਾਂ ਸੂਬੇਦਾਰਾਂ ਨੇ, ਉਹਨਾਂ ਅਹਿਲਕਾਰਾਂ ਨੇ ਤੇ ਉਹਨਾਂ ਬਾਦਸ਼ਾਹਾਂ ਨੇ ਜੋ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਵੈਰ ਰੱਖਦੇ ਸਨ, ਜਲਨ ਰੱਖਦੇ ਸਨ, ਈਰਖਾ ਰੱਖਦੇ ਸਨ, ਉਹਨਾਂ ਨੇ ਅਤ ਦਰਜੇ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਸਿੱਖ ਦੇ ਅੰਦਰ ਨੂੰ ਸਾੜਿਆ ਜਾਏ। ਕਿਤੇ ਉਹ ਇਹ ਆਖਦੇ ਕਿ ਅਸੀਂ ਤੁਹਾਡੇ ਵਾਲਾਂ ਨੂੰ ਕੱਟ ਕੇ ਰੱਸੇ ਬਣਾਵਾਂਗੇ, ਕਿਤੇ ਉਹ ਸਾਡੇ ਸੋਹਣੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਜਾਂਦੇ, ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰ ਜਾਂਦੇ, ਵਿੱਚ ਹੱਡੋ ਰੋੜੇ ਗੰਦ ਪਿੱਲ ਸੁੱਟ ਜਾਂਦੇ। ਕਿਤੇ ਉਹ ਸਰੋਵਰਾਂ ਤੇ ਨਾਕੇ ਲਾ ਦਿੰਦੇ ਕਿ ਇਹਨਾਂ ਨੂੰ ਇਸ਼ਨਾਨ ਨਹੀਂ ਕਰਨ ਦੇਣਾ। ਕਿਤੇ ਉਹ ਗੁਰਬਾਣੀ ਦੀਆਂ ਪੋਥੀਆਂ ਚੁੱਕ ਕੇ ਲੈ ਜਾਂਦੇ, ਗ੍ਰੰਥ ਸਾਹਿਬ ਚੁੱਕ ਕੇ ਲੈ ਜਾਂਦੇ, ਸਾੜ ਦਿੰਦੇ। ਕਿਤੇ ਉਹ ਬਣੇ ਹੋਏ ਲੰਗਰਾਂ ਦੀਆਂ ਦੇਗਾਂ ਨੂੰ ਰੁੜਾ ਦਿੰਦੇ। ਕਿਤੇ ਉਹ ਸਿੱਖਾਂ ਦੇ ਬੱਚਿਆਂ ਨੂੰ ਫੜ ਕੇ ਅੱਤ ਦਾ ਜ਼ੁਲਮ ਕਰਦੇ। ਉਹ ਕਿਹੜਾ ਢੰਗ ਹੈ ਜਿਹੜਾ ਉਹਨਾਂ ਨੇ ਨਾ ਵਰਤਿਆ ਹੋਵੇ ਸਿੱਖ ਦੇ ਅੰਦਰ ਨੂੰ ਸਾੜਨ ਵਾਸਤੇ। ਪਰ ਸਿੱਖ ਦਾ ਅੰਦਰ ਗੁਰੂ ਨੇ ਇੰਨਾ ਕੁ ਠੰਡਾ ਕੀਤਾ ਸੀ ਕਿ ਉਹ ਹਰ ਵਾਰ ਕੋਸ਼ਿਸ਼ ਕਰਦੇ ਰਹੇ, ਪਰ ਸਿੱਖ ਹਰ ਵਾਰ ਗੁਰੂ ਦੀ ਬਾਣੀ ਦੀ ਮੁਹਰਮਤ ਦਾ ਸਦਕਾ ਆਪਣੇ ਅੰਦਰ ਨੂੰ ਠੰਡੋ ਠਾਰ ਕਰਕੇ ਬੈਠਾ ਰਿਹਾ। ਕਦੀ ਇਹਦਾ ਅੰਦਰ ਸੜਿਆ ਨਹੀਂ, ਸਗੋਂ ਇਹਦਾ ਅੰਦਰ ਅਣਖ ਚ ਆਇਆ, ਸਗੋਂ ਇਹਦਾ ਅੰਦਰ ਵੀਰਤਾ ਚ ਆਇਆ, ਸਗੋਂ ਇਹਦੇ ਅੰਦਰ ਵੀਰ ਰਸ ਪੈਦਾ ਹੋਇਆ, ਜਲਨ ਪੈਦਾ ਨਹੀਂ ਹੋਈ। ਇਹ ਬੜੀ ਇੱਕ ਕਮਾਲ ਦੀ ਗੱਲ ਹੈ। ਇਹ ਦੋ ਚੀਜ਼ਾਂ ਨੇ। ਜਦੋਂ ਬੰਦੇ ਦੇ ਨਾਲ ਕੋਈ ਬੰਦਾ ਈਰਖਾ ਕਰਦਾ ਹੈ ਤਾਂ ਉਹਦੇ 'ਚੋਂ ਦੋ ਹੀ ਚੀਜ਼ਾਂ ਪੈਦਾ ਹੁੰਦੀਆਂ ਨੇ। ਈਰਖਾ ਦਾ ਮਤਲਬ ਹੈ ਕੋਈ ਤੁਹਾਡੇ ਨਾਲ ਲੱਗਦਾ, ਤਪਸ਼ ਹੈ, ਉਹਦੇ 'ਚੋਂ ਦੋ ਹੀ ਚੀਜ਼ਾਂ ਪੈਦਾ ਹੋਣਗੀਆਂ। ਜਾਂ ਤੇ ਤੁਹਾਡੇ ਅੰਦਰ ਉਹਦੇ ਬਰਾਬਰ ਦੀ ਈਰਖਾ ਪੈਦਾ ਹੋਏਗੀ, ਜਿੰਨੀ ਉਹ ਈਰਖਾ ਤੁਹਾਨੂੰ ਕਰੇਗਾ ਤੁਸੀਂ ਉਹ ਤੋਂ ਦੁੱਗਣੀ ਉਹਨੂੰ ਕਰੋਗੇ, ਤੇ ਜਾਂ ਫਿਰ ਤੁਹਾਡੇ ਅੰਦਰ ਉਹਦੀ ਈਰਖਾ ਦੇ ਬਦਲੇ ਵੀਰ ਰਸ ਪੈਦਾ ਹੋਏਗਾ। ਹੁਣ ਤੁਸੀਂ ਸੋਚਣਾ ਹੈ ਕਿ ਈਰਖਾ ਦੇ ਬਦਲੇ ਈਰਖਾ ਪੈਦਾ ਕਰਨੀ ਹੈ ਜਾਂ ਈਰਖਾ ਦੇ ਬਦਲੇ ਵੀਰ ਰਸ ਪੈਦਾ ਕਰਨਾ ਹੈ। ਮੈਂ ਇੱਕ ਉਦਾਹਰਨ ਕਹਿ ਕੇ ਅੱਗੇ ਚੱਲਾਂਗਾ। ਭਾਈ ਤਾਰੂ ਸਿੰਘ ਦੀ ਸਾਖੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਹਦਾ ਇੱਕ ਪੱਖ ਸਾਂਝਾ ਕਰਨ ਲੱਗਾ। ਜਿੱਦਣ ਭਾਈ ਤਾਰੂ ਸਿੰਘ ਜੀ ਸ਼ਾਮ ਨੂੰ ਬੈਠੇ ਸਨ ਤੇ ਉਹਨਾਂ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਇੱਕ ਮੁਸਲਮਾਨ ਮਾਸ਼ੀ ਆਇਆ, ਰਹੀਮ ਬਖਸ਼, ਰੋਂਦਾ ਕਰਲਾਂਦਾ। ਭਾਈ ਜੀ ਨੇ ਵੇਖਿਆ, ਅੰਦਰ ਲੈ ਕੇ ਗਏ, ਮੰਜੀ ਤੇ ਬਿਠਾਇਆ, ਪਾਣੀ ਪਿਆਇਆ, ਪ੍ਰਸ਼ਾਦਾ ਛਕਿਆ, ਸਾਰਾ ਕੁਝ ਜਿਹੜਾ ਹੈ ਉਹਦੇ ਨਾਲ ਸਾਂਝਾ ਕੀਤਾ। ਇਹਨੂੰ ਕੀ ਕਹੋਗੇ? ਇਹ ਉਹ ਵਕਤ ਸੀਗਾ ਜਿਸ ਵਕਤ ਦੇ ਵਿੱਚ ਕੁੱਲ ਮੁਸਲਮਾਨਾਂ ਦੇ ਵਿੱਚੋਂ ਲਗਭਗ 90% ਮੁਸਲਮਾਨ ਸਿੱਖਾਂ ਦੀ ਮੌਤ ਦੇ ਪਿਆਸੇ ਸਨ। ਪਰ ਭਾਈ ਤਾਰੂ ਸਿੰਘ ਦੇ ਅੰਦਰ ਉਸ ਦਰਵਾਜ਼ੇ ਤੇ ਆਏ ਹੋਏ ਮੁਸਲਮਾਨ ਦੇ ਪਰਥਾਏ ਰੰਚਕ ਮਾਤਰ ਵੀ ਨਫ਼ਰਤ ਨਹੀਂ ਸੀ, ਈਰਖਾ ਨਹੀਂ ਸੀ। ਜੇ ਐਸਾ ਹੁੰਦਾ ਤੇ ਸ਼ਾਇਦ ਭਾਈ ਜੀ ਉਸ ਨੂੰ ਆਪਣੇ ਦਰਵਾਜ਼ੇ ਤੋਂ ਇਹ ਕਹਿ ਕੇ ਉਠਾ ਦਿੰਦੇ ਕਿ ਉਹ ਜਾਓ, ਚਲਾ ਜਾ, ਤੇਰੇ ਮਜ਼ਹਬ ਦੇ ਲੋਕ ਤਾਂ ਹਰ ਰੋਜ਼ ਮੇਰੇ ਧਰਮ ਦੇ ਲੋਕਾਂ ਨੂੰ ਬੜੀ ਬੁਰੀ ਤਰ੍ਹਾਂ ਮਾਰ ਰਹੇ ਨੇ, ਕਤਲ ਕਰ ਰਹੇ ਨੇ। ਸ਼ਾਇਦ ਧੱਕੇ ਮਾਰ ਕੇ ਭਾਈ ਤਾਰੂ ਸਿੰਘ ਜੀ ਬਾਹਰ ਕੱਢ ਦਿੰਦੇ, ਪਰ ਨਹੀਂ। ਉੱਥੇ ਈਰਖਾ ਦੇ ਬਦਲੇ ਈਰਖਾ ਨਹੀਂ, ਉੱਥੇ ਈਰਖਾ ਦੇ ਬਦਲੇ ਕੀ ਹੈ? ਵੀਰ ਰਸ ਹੈ। ਉਸ ਵੀਰ ਰਸ ਨੇ ਭਾਈ ਤਾਰੂ ਸਿੰਘ ਨੂੰ ਇਹ ਪ੍ਰੇਰਨਾ ਦਿੱਤੀ ਕਿ ਪੁੱਛ ਇਹਨੂੰ, ਇਹਦੀ ਤਕਲੀਫ ਕੀ ਹੈ। ਘਰੇ ਬਿਠਾਇਆ, ਉਹਦਾ ਦਰਦ ਪੁੱਛਿਆ, ਤੇ ਦਰਦ ਉਹਦਾ ਉਹ ਸੀਗਾ ਜਿਹੜਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨੇ ਰੋਂਦੇ ਨੇ ਇਹ ਦੱਸਿਆ ਕਿ ਮੇਰੀ ਧੀ ਨੂੰ ਮੇਰੇ ਹੀ ਧਰਮ ਦੇ ਹਮਸਾਏ ਮੇਰੇ ਘਰੋਂ ਚੁੱਕ ਕੇ ਲੈ ਗਏ ਨੇ, ਮੈਨੂੰ ਵਾਪਸ ਨਹੀਂ ਕਰ ਰਹੇ। ਸਿੰਘ ਜੀ ਤੁਸੀਂ ਮਦਦ ਕਰ ਸਕਦੇ ਹੋ ਤੇ ਕਰੋ। ਫਿਰ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਕੋਲ ਗਏ, ਉਹ ਸਨ ਸੂਰਬੀਰ ਯੋਧੇ ਜਿਹੜੇ ਉਸ ਵੇਲੇ ਦੀ ਮੁਸਲਮਾਨ ਹਕੂਮਤ ਦੇ ਨਾਲ ਲੜ ਰਹੇ ਸਨ। ਉਹਨਾਂ ਵੀ ਅੱਗਿਓਂ ਇਹ ਨਾ ਆਖਿਆ, ਭਾਈ ਤਾਰੂ ਸਿੰਘ ਜੀ ਕਿਹਨਾਂ ਦਾ ਕੇਸ ਲੈ ਕੇ ਆ ਗਏ ਹੋ? ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਇੱਕ ਮੁਸਲਮਾਨ ਦੀ ਧੀ ਨੂੰ ਬਚਾ ਕੇ ਲਿਆਓ। ਇਹ ਨਹੀਂ ਆਖੀ ਉਹਨਾਂ ਜੁਝਾਰੂਆਂ ਨੇ, ਨਾ। ਉਹਨਾਂ ਆਖਿਆ, ਭਾਈ ਤਾਰੂ ਸਿੰਘ ਜੀ 7 ਬਚਨ, ਉਹਦੀ ਧੀ ਸਾਡੀ ਧੀ, ਉਹਦੀ ਮਾਂ ਸਾਡੀ ਮਾਂ। ਤੁਸੀਂ ਹੁਕਮ ਲਾਇਆ, ਇਸ ਹੁਕਮ ਨੂੰ ਅਸੀਂ ਅੱਜ ਦੀ ਰਾਤ ਹੀ ਪੂਰਾ ਕਰਾਂਗੇ। ਉਸੇ ਰਾਤ ਹੀ ਉਸ
ਮੁਸਲਮਾਨ ਮਾਸ਼ੀ ਦੀ ਧੀ ਨੂੰ ਉਹ ਸਿੰਘ ਆਪਣੀਆਂ ਜਾਨਾਂ ਹੂਲ ਕੇ ਛਡਾ ਕੇ ਲਿਆ। ਇਹਨੂੰ ਕੀ ਕਹੋਗੇ? ਇਹਨੂੰ ਕਹੋਗੇ ਅੰਦਰ ਦਾ ਸਕੂਨ, ਅੰਦਰ ਦੀ ਠੰਡ ਹੈ। ਨਹੀਂ ਤੇ ਜਿਹੜੇ ਬੰਦੇ ਉਹਨਾਂ ਦੇ ਖੂਨ ਦੇ ਪਿਆਸੇ ਹੋਣ ਤੇ ਉਹਨਾਂ ਦੀਆਂ ਧੀਵਾਂ ਦੀ ਰੱਖਿਆ ਕਰਨ, ਐਸਾ ਬਣਦਾ ਨਹੀਂ। ਪਰ ਨਹੀਂ, ਮੈਂ ਫਿਰ ਬੇਨਤੀ ਕਰਾਂ, ਗੁਰੂ ਨੇ ਅੱਜ ਦੇ ਬਚਨ ਚ ਆਖਿਆ, ਕਹਿਣ ਲੱਗੇ ਤਿੰਨ ਚੀਜ਼ਾਂ ਦੇ ਨਾਲ ਠੰਡਕ ਨਹੀਂ ਮਿਲਦੀ, ਬੇਸ਼ੱਕ ਭਾਵੇਂ ਉਹ ਠੰਡਕ ਦੇ ਸੋਮੇ ਨੇ। ਕਿਹੜੀਆਂ? ਚੰਦਨ ਚੰਦ ਨ ਸਰਦ ਰੁੱਤ, ਨਾ ਚੰਦਨ ਨਾ ਚੰਦ ਨਾ ਸਰਦੀ ਦੀ ਰਿਤੂ ਤੇਰੇ ਅੰਦਰ ਨੂੰ ਠੰਡਾ ਕਰ ਸਕਦੀਆਂ ਨੇ। ਮੂਲਾ ਮਿਟਈ ਕਾਮ ਸ਼ੀਤਲ ਥੀਵੈ ਨਾਨਕਾ, ਤੂੰ ਠੰਡਾ ਹੋ ਜਾਏਗਾ। ਕਿਹਦੇ ਨਾਲ? ਜਪੰਦੜੋ ਹਰ ਨਾਮ। ਜਦੋਂ ਤੂੰ ਗੁਰੂ ਦਾ ਦਿੱਤਾ ਨਾਮ ਜਪੇਗਾ, ਤੇਰੇ ਅੰਦਰ ਨੂੰ ਠੰਡਾ ਕਰੇਗਾ। ਸੋ ਅੱਜ ਦੇ ਬਚਨ 'ਚ ਇਹੀ ਗੱਲ ਆਈ, ਕਹਿੰਦੇ ਪਰਮੇਸ਼ਰ ਨੇ ਮੇਰੇ ਅੰਦਰ ਦੀ ਤਪਸ਼ ਨੂੰ ਠੰਡਾ ਕਰ ਦਿੱਤਾ ਹੈ। ਕਹਿੰਦੇ ਛਾਇਆ ਪ੍ਰਭ ਛਤਰ ਪਤ ਕੀਨੀ, ਸਗਲੀ ਤਪਤ ਬੇਨਾਸੀ ਰਾਮ। ਮੇਰੇ ਅੰਦਰ ਦੀ ਤਪਤ ਬਿਨਸ ਗਈ ਹੈ। ਮੇਰੇ ਅੰਦਰ ਹੁਣ ਕਿਸੇ ਤਰ੍ਹਾਂ ਦੀ ਕੋਈ ਈਰਖਾ ਜਲਨ ਨਹੀਂ ਹੈ। ਦੁੱਖ ਪਾਪ ਕਾ ਡੇਰਾ ਟਾਠਾ, ਮੇਰੇ ਅੰਦਰ ਦੁੱਖ ਤੇ ਪਾਪ ਜੋ ਡੇਰਾ ਲਾ ਕੇ ਬਹਿ ਗਏ ਸਨ। ਡੇਰਾ ਦਾ ਮਤਲਬ ਹੈ ਕਿਸੇ ਚੀਜ਼ ਦਾ ਪੱਕਾ ਟਿਕਾਣਾ ਕਰਕੇ ਬਹਿ ਜਾਣਾ। ਪੱਕਾ ਟਿਕਾਣਾ ਕਰਕੇ ਬਹਿ ਜਾਣਾ ਨੂੰ ਪੰਜਾਬੀ ਆਪਾਂ ਕਹਿੰਦੇ ਆ ਡੇਰਾ ਲਾ ਕੇ ਬਹਿ ਗਏ। ਇਹਦੇ ਵਾਸਤੇ ਅਸੀਂ ਇੱਕ ਸ਼ਬਦ ਹੋਰ ਵੀ ਵਰਤਦੇ ਆ, ਮੋਰਚਾ ਲਾ ਕੇ ਬਹਿ ਗਏ। ਦੋਵੇਂ ਸ਼ਬਦ ਨੇ, ਮੋਰਚਾ ਲਾ ਕੇ ਬਹਿ ਗਏ ਆ, ਡੇਰਾ ਲਾ ਕੇ ਬਹਿ ਗਏ। ਕਹਿੰਦੇ ਦੁੱਖ ਤੇ ਪਾਪ ਮੇਰੇ ਅੰਦਰ ਡੇਰਾ ਲਾ ਕੇ ਬਹਿ ਗਏ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਦੁੱਖ ਚਲੇ ਜਾਣ, ਪਰ ਜਾਂਦੇ ਹੀ ਨਹੀਂ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਪਾਪ ਚਲੇ ਜਾਣ, ਪਰ ਜਾਂਦੇ ਹੀ ਨਹੀਂ ਸੀ। ਪਰ ਗੁਰੂ ਪਰਮੇਸ਼ਰ ਨੇ ਮੈਂ ਰਹਿਮਤ ਕੀਤੀ ਹੈ, ਹੁਣ ਮੇਰੇ ਅੰਦਰੋਂ ਦੁੱਖਾਂ ਦਾ ਵੀ ਡੇਰਾ ਚੁੱਕਿਆ ਗਿਆ ਤੇ ਪਾਪਾਂ ਦਾ ਵੀ ਡੇਰਾ ਚੁੱਕਿਆ ਗਿਆ। ਦੁੱਖ ਪਾਪ ਕਾ ਡੇਰਾ ਟਾਠਾ, ਢੱਠ ਗਿਆ, ਖਤਮ ਹੋ ਗਿਆ। ਕਾਰਜ ਆਇਆ ਰਾਸੀ ਰਾਮ, ਮੇਰੀ ਜ਼ਿੰਦਗੀ ਦਾ ਕਾਰਜ, ਭਾਵ ਮੈਨੂੰ ਮੇਰੇ ਅੰਦਰ ਦਾ ਸਕੂਨ ਜਿਹੜਾ ਹੈ ਉਹ ਮਿਲ ਗਿਆ। ਹਰ ਪ੍ਰਭ ਫਰਮਾਇਆ, ਹਰੀ ਪਰਮੇਸ਼ਰ ਨੇ ਇਹ ਫਰਮਾਇਆ, ਇਹ ਹੁਕਮ ਕੀਤਾ, ਇਹ ਵਾਅਦਾ ਦਿੱਤਾ ਹੈ ਕਿ ਮਿਟੀ ਬਲਾਇਆ, ਤੇਰੀਆਂ ਸਾਰੀਆਂ ਬਲਾਵਾਂ ਮਿਟ ਜਾਣਗੀਆਂ ਸੱਚੇ ਨਾਮ ਨਾਲ ਜੁੜ ਕੇ। ਸਾਚ ਧਰਮ ਪੁੰਨ ਫਲਿਆ, ਤੇਰੇ ਅੰਦਰ ਸੱਚਾ ਧਰਮ ਸੱਚਾ ਪੁੰਨ ਫਲਿਆ। ਫਲਿਆ ਦਾ ਮਤਲਬ ਹੈ ਪੈਦਾ ਹੋਏਗਾ। ਹੇ ਭਗਤਾ, ਹੇ ਗੁਰੂ ਦੇ ਪਿਆਰ ਵਾਲਿਆ, ਨਾਮ ਨਾਲ ਜੁੜ ਕੇ ਤੈਨੂੰ ਪਰਮੇਸ਼ਰ ਦਾ ਇਹ ਵਾਅਦਾ ਹੀ, ਇਹ ਇਕਰਾਰ ਹੀ, ਤੇਰੇ ਅੰਦਰ ਸੱਚਾ ਧਰਮ ਤੇ ਸੱਚਾ ਪੁੰਨ ਪੈਦਾ ਹੋਏਗਾ। ਸੋ ਪ੍ਰਭ ਆਪਣਾ ਸਦਾ ਧਿਆਈਐ। ਪਰ ਯਾਦ ਰੱਖੀ, ਉਸ ਪਰਮੇਸ਼ਰ ਨੂੰ ਸਦਾ ਧਿਆਉਂਦਾ ਰਹੇ। ਸੋਵਤ ਬੈਸਤ ਖਲਿਆ, ਸੌਂਦਿਆਂ ਬਹਿੰਦਿਆਂ ਤੇ ਖਲੋਤਿਆਂ, ਹਰ ਥਾਂ ਤੇ, ਭਾਵ ਉਹਨੂੰ ਚੇਤੇ ਰੱਖ, ਆਪਣੀ ਸਮ੍ਰਿਤੀ ਦੇ ਵਿੱਚ ਰੱਖ। ਗੁਣ ਨਿਧਾਨ ਸੁਖ ਸਾਗਰ ਸੁਆਮੀ, ਪਰਮੇਸ਼ਰ ਗੁਣਾਂ ਦਾ ਸਾਗਰ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਜਲ ਥਲ ਮਈਲ ਸੋਈ, ਉਹ ਜਲ ਵਿੱਚ ਵੀ ਹੈ, ਉਹ ਥਲ ਵਿੱਚ ਵੀ ਹੈ, ਉਹ ਧਰਤੀ ਤੇ ਆਕਾਸ਼ ਦੇ ਵਿੱਚ ਵੀ ਹੈ। ਜਨ ਨਾਨਕ ਪ੍ਰਭ ਕੀ ਸਰਨਾਈ, ਗੁਰੂ ਅਰਜਨ ਸਾਹਿਬ ਕਹਿੰਦੇ, ਸੇਵਕ ਇਹ ਬੇਨਤੀ ਕਰਦਾ ਕਿ ਹੇ ਪਰਮੇਸ਼ਰ, ਮੈਂ ਤੇਰੀ ਸ਼ਰਨ ਵਿੱਚ ਹਾਂ। ਜਨ ਨਾਨਕ ਪ੍ਰਭ ਕੀ ਸ਼ਰਨਾਈ, ਤਿਸ ਬਿਨ ਅਵਰ ਨ ਕੋਈ, ਤੇ ਤੇਰੇ ਤੋਂ ਬਿਨਾ ਮੇਰਾ ਇੱਥੇ ਸਹਾਰਾ ਹੋਰ ਕੋਈ ਦੂਜਾ ਨਹੀਂ ਹੈ, ਜਿਸ ਦੀ ਮੈਂ ਟੇਕ ਲਵਾਂ, ਜਿਸ ਦਾ ਮੈਂ ਸਹਾਰਾ ਲਵਾਂ। ਸੋ ਅੱਜ ਦੇ ਪਵਿੱਤਰ ਬਚਨ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਸਾਡੇ ਨਾਲ ਸਾਂਝਾ ਕੀਤਾ, ਜਿਸ ਵਿੱਚ ਉਹਨਾਂ ਨੇ ਸਾਡੇ ਅੰਦਰ ਦੇ ਸਕੂਨ, ਸਾਡੇ ਅੰਦਰ ਦੀ ਸ਼ਾਂਤੀ ਦੇ ਮੂਲ ਸੋਮੇ ਨਾਮ ਗੁਰੂ ਕੇ ਸ਼ਬਦ ਦਾ ਜ਼ਿਕਰ ਸਾਡੇ ਨਾਲ ਸਾਂਝਾ ਕੀਤਾ। ਹੋਈਆਂ ਭੁੱਲਾਂ ਗਲਤੀਆਂ ਦੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਿਮਾ ਬਖਸ਼ਿਸ਼ ਕਰਨ। ਪਿਆਰ ਸਹਿਤ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰ ਨਾਰ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ। ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰੈ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਆਜੇ ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੀ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਾ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ